ਲੜੀਵਾਰ ਗੁਰਬਾਣੀ ਪਾਠ ਸੰਥਿਆ ਵਿਚਾਰ ਦੇ ਨਾਲ ਜੁੜਨਾ ਕਰੀਏ। ਪਾਵਨ ਅੰਕ 349 ਤੋਂ ਅੱਜ ਦੀ ਆਰੰਭਤਾ ਹੈ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹਿਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਤਿਤ ਭੂਖੈ ਖਾਏ ਚਲੀਹੈਂ ਦੁਖ। ਹੁਣ ਇਹ ਪਹਿਲੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ। ਆਖਾਂ ਜੀਵਾਂ ਵਿਸਰੈ ਮਰ ਜਾ। ਹੁਣ ਇਹ ਬਾਹਰੀ ਗੱਲ ਨਹੀਂ ਹੈ ਕਿ ਜੇ ਮੈਂ ਤੇਰਾ ਨਾਮ ਲਵਾਂ ਤੇ ਮੈਂ ਜਿਉਂਦਾ, ਨਹੀਂ ਤੇ ਮੈਂ ਮਰ ਜਾਂਦਾ। ਦੁਨੀਆ ਦੇ ਵਿੱਚ ਤੇ ਐਸੇ ਬੜੇ ਜਿਹੜੇ ਨਾਂ ਲੈਂਦੇ ਹੀ ਨਹੀਂ, ਫਿਰ ਮਰਦੇ ਥੋੜ੍ਹਾ। ਭਾਵ ਇੱਥੇ ਆਤਮਿਕ ਜੀਵਨ ਦੀ ਗੱਲ ਹੈ। ਆਪਾਂ ਪਹਿਲਾਂ ਵਿਚਾਰ ਸਾਂਝੀ ਕੀਤੀ ਹੈ ਕਿ ਜਿਵੇਂ ਜਿਵੇਂ ਮੈਂ ਮਾਲਕ ਦਾ ਨਾਮ ਉਚਾਰਦਾ ਹਾਂ ਤੇ ਮੇਰੇ ਅੰਦਰ ਕੀ ਹੈ, ਆਤਮਿਕ ਜੀਵਨ ਪੈਦਾ ਹੁੰਦਾ। ਮੈਂ ਆਤਮਿਕ ਜੀਵਨ ਜਿਉਂਦਾ ਹਾਂ। ਤੇ ਜਦੋਂ ਮੈਨੂੰ ਨਾਮ ਭੁੱਲ ਜਾਂਦਾ ਹੈ, ਭਾਵ ਜਦੋਂ ਮੈਨੂੰ ਤੂੰ ਭੁੱਲ ਜਾਣਾ ਹੈ ਮਾਲਕ ਜੀਓ, ਮੇਰੀ ਆਤਮਿਕ ਮੌਤ ਹੋਣ ਲੱਗ ਪੈਂਦੀ ਹੈ। ਭਾਵ ਮੇਰਾ ਅੰਦਰਲਾ ਜੀਵਨ ਜਿਹੜਾ ਹੈ ਉਹ ਮਰਨ ਲੱਗ ਪੈਂਦਾ ਹੈ। ਆਖਣ ਔਖਾ ਸਾਚਾ ਨਾਉ। ਇਹ ਪਤਾ ਹੁੰਦਿਆਂ, ਇਹ ਜਾਣਕਾਰੀ ਹੁੰਦਿਆਂ, ਇਹ ਗਿਆਨ ਹੁੰਦਿਆਂ ਵੀ ਕਿ ਮਾਲਕ ਦਾ ਸਦਾ ਥਿਰ ਨਾਮ ਜਿਹੜਾ ਹੈ ਲੈਣਾ, ਸਿਮਰਨਾ, ਧਿਆਉਣਾ ਇੱਕ ਔਖਾ ਕਾਰਜ ਹੈ। ਸਾਚੇ ਨਾਮ ਕੀ ਲਾਗੈ ਭੂਖ। ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਸਦਾ ਥਿਰ ਨਾਮ ਸਿਮਰਨ ਦੀ ਭੁੱਖ ਪੈਦਾ ਹੁੰਦੀ ਹੈ, ਜਿਹਦੇ ਅੰਦਰ ਇਸ ਨਾਮ ਦੀ ਭੁੱਖ ਲੱਗਦੀ ਹੈ, ਅੰਦਰ ਖਿੱਚ ਪੈਂਦੀ ਹੈ, ਤਿਤ ਭੁੱਖੈ ਖਾਏ ਚਲੀਏ ਦੁਖ। ਆਖਣ ਲੱਗੇ ਇਸ ਭੁੱਖ ਦੀ ਬਰਕਤ ਨਾਲ ਨਾਮ ਭੋਜਨ ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਦੁਨਿਆਵੀ ਮਨੁੱਖ ਲਈ ਆਖਣ ਔਖਾ ਸਾਚਾ ਨਾਉ ਹੈ। ਜਿਹੜਾ ਭੁੱਲ ਜਾਂਦਾ, ਜਿਹੜਾ ਮਾਲਕ ਦੇ ਭਾਣੇ ਵਿੱਚ ਨਹੀਂ ਹੈ, ਉਹਦੇ ਲਈ ਰੱਬ ਦਾ ਨਾਂ ਲੈਣਾ ਬਹੁਤ ਔਖਾ ਹੈ। ਚੁਗਲੀਆਂ ਕਰਨੀਆਂ ਹੋਣ, ਹੋਰ ਦੁਨਿਆਵੀ ਗੱਲਾਂ ਮਾਰਨੀਆਂ ਹੋਣ, ਗੱਪਾਂ ਮਾਰਨੀਆਂ ਹੋਣ, 3-3 ਘੰਟੇ 4-4 ਘੰਟੇ ਬੈਠਿਆਂ ਲੰਘ ਜਾਂਦੇ ਹੈ। ਪਰ ਜੇ ਕਹਿ ਦਈਏ ਕਿ ਹੁਣ ਇੱਕ ਪਾਠ ਕਰਨਾ ਜਾਂ ਇੰਨਾ ਕੁ ਟਾਈਮ ਲੱਗਣਾ, ਫਿਰ ਉਸੇ ਵੇਲੇ ਕਿਤੇ ਉਬਾਸੀਆਂ ਆ, ਕਿਤੇ ਸੱਜੇ ਵੇਖ, ਕਿਤੇ ਖੱਬੇ ਵੇਖ, ਕਿਤੇ ਦੂਜਾ ਗੋਡਾ ਸਿੱਧਾ ਕਰਕੇ ਉੱਤੇ ਕਰ, ਕਿਤੇ ਥੱਲੇ ਕਰ। ਉਹ ਐਂ ਹੀ ਚੱਲਦਾ ਰਹਿੰਦਾ ਹੈ, ਕਿਉਂਕਿ ਉਹਦੇ ਲਈ ਇਹ ਕੰਮ ਬੜਾ ਔਖਾ ਹੈ। ਪਰ ਜਿਹਨੂੰ ਇਹ ਭੁੱਖ ਲੱਗ ਜਾਂਦੀ ਹੈ, ਉਹ ਹਮੇਸ਼ਾ ਜਿੱਥੇ ਮਰਜ਼ੀ ਬੈਠਾ ਹੋਵੇ, ਉਹ ਤਾਂ ਵੀ ਮਾਲਕ ਦੇ ਨਾਮ ਨਾਲ ਜੁੜਿਆ ਹੀ ਰਹਿੰਦਾ ਹੈ। ਆਪਾਂ ਆਮ ਦੇਖਦੇ ਹਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਕਿ ਜੇ ਕਿਤੇ ਕਹਿ ਦਈਏ, ਆਖ ਦਈਏ ਕਿਸੇ ਨੂੰ ਗੁਰਦੁਆਰੇ ਕੋਈ ਗੱਲ ਨਹੀਂ ਜਾ ਆਵਾਂਗੇ ਸਵੇਰੇ ਸ਼ਾਮ, ਪਰ ਸਾਰਾ ਦਿਨ ਵਿਸ਼ੇਸ਼ ਕਹਿੰਦੇ ਸਰਕਾਰੀ ਸਾਂਝੇ ਥਾਂ 'ਤੇ ਫੱਟੇ ਬਣੇ ਹੁੰਦੇ ਹੈ ਜਾਂ ਪੱਥਰ ਦੇ ਬਣੇ, ਸਾਰਾ ਦਿਨ ਉੱਥੇ ਤਾਸ਼ ਕੁੱਟੀ ਜਾ ਰਹੀ ਹੈ, ਹੋਰ ਕਾਰਜ ਕੀਤੇ ਜਾ ਰਹੇ, ਹੋਰ ਕਈ ਕੁਝ ਹੀ ਉੱਥੇ ਹੁੰਦਾ। ਸਾਰੇ ਪਿੰਡ ਦੀਆਂ ਜਿਹੜੀਆਂ ਗੱਲਾਂ ਬਾਤਾਂ, ਫਲਾਣੇ ਇੱਧਰ ਹੋ ਗਿਆ, ਇੱਧਰ ਹੋ ਗਿਆ, ਆਹ ਇਹ ਹੋ ਗਿਆ, ਆਹ ਹੋ ਗਿਆ, ਉਹ ਸਾਰਾ ਕੁਛ ਉੱਥੇ ਉਹ ਚੱਲਦਾ ਰਹਿੰਦਾ ਹੈ। ਕਈਆਂ ਦਾ ਚਾਹ ਪਾਣੀ ਵੀ ਉੱਥੇ ਅੱਪੜਦਾ ਕਿ ਅਸੀਂ ਨਹੀਂ ਘਰ ਆਉਣਾ, ਅਤੇ ਕਈ ਚਾਹ ਪਾਣੀ ਪੀ ਕੇ ਦੁਬਾਰਾ ਫਿਰ ਪਹੁੰਚ ਜਾਂਦੇ ਕਿ ਚਲੋ ਉੱਥੇ ਪਹੁੰਚੀਏ। ਅਤੇ ਜੇ ਕਹਿ ਦਈਏ ਕਿਤੇ ਕਿ ਜੇ ਕੋਈ ਆਖ ਦੇਵੇ ਕਿ ਰੱਬ ਦਾ ਨਾਮ ਹੀ ਲੈ ਲਓ ਝੱਟ, ਕੋਈ ਗੱਲ ਨਹੀਂ ਲੈ ਲਾਂਗੇ, ਬੜੀ ਉਮਰ ਪਈ ਹੈ, ਜੇ ਬੈਠਣਗੇ ਵੀ ਅਤੇ ਨਾਲ ਦੀ ਨਾਲ ਹੀ ਫਿਰ ਹੋਰ ਤੇ ਛੱਡ ਕੇ ਕਿ ਬਾਬਿਆਂ ਦੀ ਜਾਂ ਗੁਰਦੁਆਰੇ ਦੀਆਂ ਗਲਤੀਆਂ ਕੱਢਣੀਆਂ ਸ਼ੁਰੂ ਕਰ ਦੇਣਗੇ, ਕਿਉਂਕਿ ਇਹ ਨਾਮ ਲੈਣਾ ਬੜਾ ਔਖਾ ਹੈ। ਇਹ ਦੁਨਿਆਵੀ ਮਨੁੱਖਾਂ ਵਾਸਤੇ ਹੈ ਜਿਹੜੇ ਇੰਜ ਸੰਸਾਰ ਦੇ ਵਿੱਚ, ਵਿਕਾਰਾਂ ਦੇ ਵਿੱਚ, ਮਾਇਆ ਦੇ ਵਿੱਚ ਗ੍ਰਸਤ ਹੋਏ ਪਏ ਨੇ। ਆਖਣ ਲੱਗੇ ਪਰ ਜਿਹਦੇ ਅੰਦਰ ਭੁੱਖ ਪੈਦਾ ਹੋ ਜਾਂਦੀ ਹੈ ਨਾਮ ਦੀ, ਉਹ ਫਿਰ ਹਮੇਸ਼ਾ ਹੀ ਇਸ ਭੁੱਖ ਨੂੰ ਜਿਹੜਾ ਹੈ, ਭੁੱਖ ਦੇ ਨਾਲ ਲੱਗ ਕੇ ਹਮੇਸ਼ਾ ਹੀ ਨਾਮ ਭੋਜਨ ਛਕਦਾ ਹੈ ਅਤੇ ਆਪਣੇ ਜੀਵਨ ਦੇ ਆਤਮਿਕ ਦੁੱਖ ਸਾਰੇ ਆਦਿਕ ਦੂਰ ਕਰ ਲੈਂਦਾ ਹੈ। ਸੋ ਕਿਉ ਵਿਸਰੈ ਮੇਰੀ ਮਾਏ,
ਸਾਚਾ ਸਾਹਿਬ ਸਾਚੈ ਨਾਏ ਰਹਾਉ। ਸੋ ਕਿਉ ਵਿਸਰੈ ਮੇਰੀ ਮਾਏ। हे ਮੇਰੀ ਮਾਂ, ਅਰਦਾਸ ਕਰ ਕਿ ਉਹ ਮਾਲਕ ਪ੍ਰਭੂ ਮੈਨੂੰ ਕਦੇ ਨਾ ਭੁੱਲੇ, ਕਦੇ ਨਾ ਵਿਸਰੇ, ਕਦੇ ਨਾ ਮੇਰੀ ਯਾਦ ਚਿੱਤ ਵਿੱਚੋਂ ਉਹ ਭੁੱਲ ਜਾਏ। ਕਿਉਂਕਿ ਆਖਣ ਲੱਗੇ ਜਿਉਂ ਜਿਉਂ ਉਸ ਸੱਚਾ ਸਦਾ ਥਿਰ ਰਹਿਣ ਵਾਲੇ ਦਾ ਨਾਮ ਸਿਮਰੀਏ, ਉਵੇਂ ਉਵੇਂ ਉਹ ਸਦਾ ਥਿਰ ਰਹਿਣ ਵਾਲਾ ਮਾਲਕ ਫਿਰ ਮਨ ਵਿੱਚ ਵਸਦਾ ਹੈ। ਉਵੇਂ ਉਵੇਂ ਹੀ ਮਨ ਦੇ ਵਿੱਚ ਜਿਹੜਾ ਉਹਦਾ ਵਾਸਾ ਹੁੰਦਾ ਹੈ। ਸਾਚਾ ਸਾਹਿਬ ਸਾਚਾ ਨਾਏ, ਉਹਦੇ ਨਾਮ ਦੇ ਰਾਹੀਂ ਹੀ ਉਹਦਾ ਵਾਸਾ ਹਿਰਦੇ ਦੇ ਵਿੱਚ ਹੁੰਦਾ ਹੈ, ਮਨ ਦੇ ਵਿੱਚ ਹੁੰਦਾ ਹੈ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨ ਜਾਏ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਆਖਣ ਲੱਗੇ ਸੱਚੇ ਪ੍ਰਮਾਤਮਾ ਦੇ ਨਾਮ ਦੀ ਰਤਾ ਜਿੰਨੀ, ਤਿਲ ਜਿੰਨੀ ਵੀ ਮਹਿਮਾ ਸਾਰੇ ਜੀਵ ਬਿਆਨ ਕਰਕੇ ਥੱਕ ਗਏ ਨੇ। ਭਾਵ ਤਿਲ ਬਹੁਤ ਥੋੜ੍ਹੀ ਜਿਹੀ ਵੀ ਮਹਿਮਾ ਵਡਿਆਈ ਉਹਦੀ ਕਰਕੇ ਜੀਵ ਕੀ ਹੈ, ਉਹ ਥੱਕ ਗਏ ਨੇ। ਭਾਵ ਬਿਆਨ ਨਹੀਂ ਕਰ ਸਕਦੇ ਉਹਦੀ। ਇੱਕ ਤਿਲ ਜਿੰਨੀ ਵਡਿਆਈ, ਬਹੁਤ ਰਤਾ ਜਿੰਨੀ ਥੋੜ੍ਹੀ ਕੁ ਵੀ ਕੋਈ ਵੀ ਨਹੀਂ ਦੱਸ ਸਕਿਆ ਕਿ ਉਸ ਦੇ ਬਰਾਬਰ ਦੀ ਹੋਰ ਕੋਈ ਹਸਤੀ ਹੈ ਜਾਂ ਨਹੀਂ ਹੈ। ਦੱਸ ਹੀ ਨਹੀਂ ਸਕਿਆ, ਭਾਵ ਕਿ ਉਹਦੇ ਬਰਾਬਰ ਦਾ ਹੋਰ ਕੋਈ ਹੈ ਹੀ ਨਹੀਂ। ਅੱਜ ਤੱਕ ਕੋਈ ਲੱਭ ਨਹੀਂ ਸਕਿਆ, ਅੱਜ ਤੱਕ ਕੋਈ ਦੱਸ ਨਹੀਂ ਸਕਿਆ ਹੈ। ਜੇ ਸਭ ਮਿਲ ਕੇ ਆਖਣ ਪਾਹੇ, ਜੇ ਜਗਤ ਦੇ ਸਾਰੇ ਜੀਵ ਰਲ ਕੇ ਪ੍ਰਮਾਤਮਾ ਦੀ ਮਹਿਮਾ ਵਡਿਆਈ ਸਿਫਤ ਸਲਾਹ ਗੁਣ ਵਖਿਆਨ ਕਰਨ ਦਾ ਯਤਨ ਕਰਨ, ਆਖਣ ਲੱਗੇ ਵੱਡਾ ਨਾ ਹੋਵੇ ਘਾਟ ਨਾ ਜਾਏ। ਕਹਿੰਦੇ ਤਾਂ ਉਹ ਸਾਰੇ ਸੰਸਾਰ ਦੇ ਜੀਵ ਇਕੱਠੇ ਹੋ ਕੇ ਵੱਡਾ ਕਹਿਣ ਤਾਂ ਆਖਣ ਲੱਗੇ ਉਹ ਜਿੱਡਾ ਹੈ ਉਹਨੇ ਓਡਾ ਹੀ ਰਹਿਣਾ। ਭਾਵ ਉਹਦੇ ਨਾਲ ਪਹਿਲਾਂ ਨਾਲੋਂ ਵੱਡਾ ਨਹੀਂ ਹੋਣ ਲੱਗਾ। ਤੇ ਜੇ ਸਾਰੇ ਉਹ ਆਖਣ ਕਿ ਰੱਬਾ ਪਰਮਾਤਮਾ ਛੋਟਾ ਹੋ ਜਾ, ਸਾਰੇ ਸੰਸਾਰ ਦੇ ਜੀਵ ਰਲ ਕੇ ਕਹਿਣ ਲੈਣ ਲੱਗਣ ਤਾਂ ਆਖਣ ਲੱਗੇ ਕਿ ਉਹਦੇ ਵਿੱਚ ਕੋਈ ਘਾਟ ਵੀ ਨਹੀਂ ਆਉਣੀ, ਉਹਦੇ ਵਿੱਚ ਨਾ ਕੋਈ ਕਮੀ ਹੋਣੀ ਤੇ ਨਾ ਕੋਈ ਵਾਧਾ। ਕਹਿਣ ਦਾ ਭਾਵ ਜਿਉਂਦਾ ਤਿਉਂ ਹੈ, ਉਹ ਪੂਰਨ ਹੀ ਹੈ। ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹਿ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਨਾ ਉਹ ਮਰੈ ਨਾ ਹੋਵੈ ਸੋਗ। ਆਖਣ ਲੱਗੇ ਉਹ ਪਰਮਾਤਮਾ ਕਦੇ ਮਰਦਾ ਨਹੀਂ ਹੈ ਤੇ ਨਾ ਹੀ ਉਸ ਦੀ ਖਾਤਰ ਸੋਗ ਹੁੰਦਾ ਹੈ। ਦੇਂਦਾ ਰਹਿ ਨਾ ਚੂਕੈ ਭੋਗ। ਆਖਣ ਲੱਗੇ ਉਹ ਮਾਲਕ ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਸਦਾ ਹੀ ਹਮੇਸ਼ਾ ਲਈ ਦਿੰਦਾ ਹੈ। ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਵੀ ਮੁੱਕਦਾ ਨਹੀਂ। ਭਾਵ ਕਿ ਚੂਕੈ ਭੋਗ ਕੀ ਕਦੇ ਮੁੱਕਦੀਆਂ ਨਹੀਂ ਉਹਦੀਆਂ ਦਾਤਾਂ ਦਿੱਤੀਆਂ। ਜੁਗਾਂ ਜੁਗੰਤਰ ਖਾਹੀ ਖਾਹੇ, ਜੀਵ ਲਗਾਤਾਰ ਜੁਗਾਂ ਜੁਗੰਤਰਾਂ ਤੋਂ ਖਾਈ ਜਾ ਰਹੇ ਹੈ, ਪਰ ਉਹਦੀਆਂ ਦਾਤਾਂ ਕਦੇ ਮੁੱਕਦੀਆਂ ਨਹੀਂ ਹਨ। ਗੁਣ ਇਹੋ ਹੋਰ ਨਾਹੀ ਕੋਏ। ਆਖਣ ਲੱਗੇ ਉਸ ਪ੍ਰਭੂ ਦੀ ਵੱਡੀ ਖੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਹੈ ਹੀ ਨਹੀਂ। ਉਹਦੇ ਵਰਗੇ ਗੁਣ ਕਿਸੇ ਹੋਰ ਵਿੱਚ ਨਹੀਂ ਹਨ। ਨਾ ਕੋ ਹੋਆ ਨਾ ਕੋ ਹੋਏ। ਆਖਣ ਲੱਗੇ ਉਸ ਵਰਗਾ ਅਜੇ ਤੱਕ ਨਾ ਕੋਈ ਹੋਇਆ ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਜੇ ਵੱਡ ਆਪ ਤੇ ਵੱਡ ਤੇਰੀ ਦਾਤਾ, ਜਿਨ ਦਿਨ ਕਰਕੇ ਕੀਤੀ ਰਾਤ।
ਖਸਮ ਵਿਸਾਰਹਿ ਤੇ ਕਮਜ਼ਾਤ। ਨਾਨਕ ਨਾਵੇਂ ਬਾਜ ਸਨਾਤ। ਆਖਣ ਲੱਗੇ ਜੇਵਡ ਆਪ ਤੇਵਡ ਤੇਰੀ ਦਾਤ ਕੀ। ਹੈ ਪ੍ਰਭੂ ਜਿੱਡਾ ਵੱਡਾ ਬੇਅੰਤ ਤੂੰ ਆਪ ਹੈ, ਓਨੀ ਵੱਡੀ ਤੇਰੀ ਬਖਸ਼ਿਸ਼ ਰੂਪ ਦਾਤ ਹੈ। ਜਿਨ ਦਿਨ ਕਰਕੇ ਕੀਤੀ ਰਾਤ ਜਿਸ ਨੇ, ਭਾਵ ਕਿ ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਵੀ ਉਹਨੇ ਹੀ ਬਣਾਈ ਹੈ। ਦਿਨ ਕਰਕੇ ਕੀਤੀ ਰਾਤ, ਦਿਨ ਕੀਤਾ ਹੈ ਫਿਰ ਰਾਤ ਕੀਤੀ ਹੈ। ਖਸਮ ਵਿਸਾਰਹਿ ਤੇ ਕਮਜ਼ਾਤ। ਆਖਣ ਲੱਗੇ ਉਹ ਭੈੜੇ, ਉਹ ਬੰਦੇ ਭੈੜੇ ਅਸਲੇ ਵਾਲੇ ਬਣ ਜਾਂਦੇ ਨੇ, ਭੈੜੀ ਜਾਤ ਵਾਲੇ ਬਣ ਜਾਂਦੇ ਨੇ, ਜੋ ਐਸੇ ਖਸਮ ਮਾਲਕ ਨੂੰ ਵਿਸਾਰਦੇ ਨੇ। ਖਸਮ ਵਿਸਾਰਹਿ ਤੇ ਕਮਜ਼ਾਤ। ਉਹ ਕਹਿੰਦੇ ਕਮਜੱਤ ਕੇ ਅਖਵਾਉਂਦੇ ਆ, ਭਾਵ ਉਹ ਚੰਗੀ ਜਾਤ ਭਾਵ ਚੰਗੇ ਗੁਣਾਂ ਵਾਲੇ ਨਹੀਂ ਅਖਵਾਉਂਦੇ। ਨਾਨਕ ਨਾਵੇਂ ਬਾਜ ਸਨਾਤ। ਸਨਾਤ ਤੋਂ ਭਾਵ ਨੀਚ। ਆਖਣ ਲੱਗੇ ਹੈ ਨਾਨਕ ਨਾਮ ਤੋਂ ਬਿਨਾ, ਨਾਮ ਤੋਂ ਬਾਝੋਂ ਜੀਵ ਜਿਹੜਾ ਹੈ ਉਹ ਜੀਵ ਨੇ ਉਹ ਨੀਚ ਹਨ। ਉਹਨਾਂ ਦੇ ਜੀਵਨ ਵਿੱਚ ਨੀਚਤਾ ਬਣੀ ਰਹਿੰਦੀ ਹੈ ਜਿੰਨਾ ਚਿਰ ਉਹ ਮਾਲਕ ਦੇ ਨਾਮ ਨਾਲ ਨਹੀਂ ਜੁੜਦੇ ਹਨ। ਉਹ ਹਮੇਸ਼ਾ ਹੀ ਨੀਵੇਂ ਜੀਵਨ, ਨੀਵੇਂ ਸੁਭਾਅ ਵਾਲੇ ਹੀ ਅਖਵਾਉਂਦੇ ਹਨ। ਆਸਾ ਮਹਿਲਾ ਪਹਿਲਾ। ਜੇ ਦਰ ਮੰਗਤ ਕੂਕ ਕਰੇ, ਮਹਿਲੇ ਖਸਮ ਸੁਣੇ। ਭਾਵੇਂ ਧੀਰਕ ਭਾਵੇਂ ਧੱਕੇ, ਏਕ ਵਡਾਈ ਦੇ। ਜਾਣਹੁ ਜੋਤ ਨ ਪੁੱਛੋ ਜਾਤੀ, ਆਗੈ ਜਾਤ ਨਾਹੀ ਰਹਾਉ। ਹੁਣ ਆਖਣ ਲੱਗੇ ਜੇ ਦਰ ਮੰਗਤ ਕੂਕ ਕਰੇ, ਮਹਿਲੀ ਖਸਮ ਸੁਣੇ। ਕੂਕ ਭਾਵ ਕੂਕ ਕਰਕੇ, ਪੁਕਾਰ ਕਰਕੇ, ਫਰਿਆਦ ਕਰਕੇ। ਮੰਗਤ ਭਾਵ ਕੋਈ ਮੰਗਤਾ। ਆਖਣ ਲੱਗੇ ਕੋਈ ਮੰਗਤਾ ਭਾਵੇਂ ਕਿਸੇ ਵੀ ਜਾਤ ਦਾ ਹੋਏ, ਪ੍ਰਭੂ ਦੇ ਦਰ ਤੇ ਪੁਕਾਰ ਕਰੇ ਤਾਂ ਉਹ ਮਹਿਲ ਦਾ ਮਾਲਕ ਖਸਮ ਪ੍ਰਭੂ ਉਸ ਦੀ ਪੁਕਾਰ ਸੁਣ ਲੈਂਦਾ। ਕਿਸੇ ਵੀ ਜਾਤ ਨਾਲ ਕੋਈ ਵੀ ਮਨੁੱਖ ਹੋਵੇ, ਜਦੋਂ ਉਹ ਮਾਲਕ ਦੇ ਦਰ ਤੇ ਪੁਕਾਰ ਕਰਦਾ ਹੈ, ਫਰਿਆਦ ਕਰਦਾ ਹੈ, ਅਰਜ਼ ਕਰਦਾ ਹੈ, ਤਾਂ ਮਾਲਕ ਜਿਹੜਾ ਉਹ ਜ਼ਰੂਰ ਸੁਣਦਾ ਹੈ, ਸੁਣ ਲੈਂਦਾ ਹੈ। ਭਾਵੇਂ ਧੀਰਕ ਭਾਵੇਂ ਧੱਕੇ, ਏਕ ਵਡਾਈ ਦੇ। ਧੀਰਕ ਭਾਵ ਧੀਰਜ, ਹੌਸਲਾ। ਆਖਣ ਲੱਗੇ ਫਿਰ ਉਸ ਦੀ ਮਰਜ਼ੀ ਹੈ, ਹੌਸਲਾ ਦੇਵੇ ਉਸ ਦੀ ਮਰਜ਼ੀ ਹੈ, ਧੱਕਾ ਦੇ ਦੇਵੇ। ਮੰਗਤੇ ਦੀ ਅਰਦਾਸ ਸੁਣ ਲੈਣ ਵਿੱਚ ਹੀ ਪ੍ਰਭੂ ਉਸ ਨੂੰ ਵਡਿਆਈ ਹੀ ਦੇ ਰਿਹਾ ਹੈ। ਭਾਵ ਮੰਗਤੇ ਦੀ ਅਰਦਾਸ ਸੁਣ ਲਈ ਹੈ, ਫਿਰ ਭਾਵੇਂ ਉਹਨੂੰ ਧੱਕੇ ਦੇਵੇ ਤੇ ਭਾਵੇਂ ਉਹਨੂੰ ਹੌਸਲਾ ਦੇਵੇ, ਇਹਦੇ ਵਿੱਚ ਵੀ ਉਸ ਦੀ ਵਡਿਆਈ ਹੈ। ਜਾਣਹੁ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ ਰਹਾਉ। ਆਖਣ ਲੱਗੇ ਹੈ ਭਾਈ ਸਭਨਾਂ ਵਿੱਚ ਇੱਕ ਪ੍ਰਭੂ ਦੀ ਜੋਤ ਜਾਣ ਕੇ ਕਿਸੇ ਦੀ ਜਾਤ ਨਾ ਪੁੱਛੋ ਕਿ ਤੂੰ ਕਿਹੜੀ ਜਾਤ ਨਾਲ, ਕਿਹੜੀ ਬਰਾਦਰੀ ਨਾਲ ਸੰਬੰਧ ਰੱਖਦਾ ਹੈ। ਕਹਿੰਦੇ ਇਹ ਨਾ ਪੁੱਛੋ ਜਦੋਂ ਤੁਸੀਂ ਉਸ ਮਾਲਕ ਨੂੰ, ਇੱਕ ਵਸਦੀ ਹੋਈ ਜੋਤ ਨੂੰ ਅੰਦਰ ਪਛਾਣ ਲਿਆ ਹੈ। ਕਿਉਂਕਿ ਆਖਣ ਲੱਗੇ ਆਗੈ ਜਾਤ ਨਾ ਹੈ, ਮਾਲਕ ਦੇ ਦਰ ਤੇ ਕਿਸੇ ਦੀ ਜਾਤ ਨਾਲ ਨਹੀਂ ਜਾਂਦੀ। ਜਾਤ ਆਦ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ। ਇਸ ਕਰਕੇ ਇਸ ਜਾਤ ਦੀ, ਇਹਨਾਂ ਸਰਨੇਮਾਂ ਦੀ ਵਡਿਆਈ ਲੈਣ ਦੀ ਥਾਂ ਤੇ ਮਾਲਕ ਦੀ ਜੋਤ ਨੂੰ ਪਛਾਣ ਕੇ ਉਹਦੇ ਨਾਲ ਸਾਂਝ ਪਾਉਣੀ ਕਰੋ। ਰਹਾਓ ਆਪ ਕਰਾਏ ਆਪ ਕਰੇ, ਆਪ ਉਲਾਮਹਿ ਚਿਤ ਤਰੇ। ਜਾਂ ਤੂੰ ਕਰਨਹਾਰ ਕਰਤਾਰ,
क्या मुहताजी क्या संसार, आप कराए आप करे। हरेक जीव अंदर व्यापक हो के मालक आप ही प्रेरणा करके जीव कोਲੋं पुकार कराਉਂਦਾ ਹੈ ਤੇ ਆਪ ਹੀ ਉਹਦੇ ਵਿੱਚ ਵਿਆਪਕ ਹੋ ਕੇ ਆਪ ਹੀ ਪੁਕਾਰ ਕਰਦਾ ਹੈ। ਭਾਵ ਸਭ ਕੁਝ ਕਰਨ ਕਰਾਉਣ ਵਾਲਾ ਆਪ ਹੈ। ਆਪ ਉਲਾਮੇ ਚਿੱਤ ਧਰੇ, ਆਪ ਹੀ ਪ੍ਰਭੂ ਜੀ ਹਰੇਕ ਜੀਵ ਦੇ ਗਿਲੇ ਸੁਣਦਾ ਹੈ। ਭਾਵ ਉਲਾਮੇ ਸ਼ਿਕਾਇਤਾਂ ਉਹ ਸੁਣਦਾ ਹੈ। ਜਾਂ ਤੂੰ ਕਰਨਹਾਰ ਕਰਤਾਰ ਕੀ, ਜਦੋਂ ਹੀ ਪ੍ਰਭੂ ਕਿਸੇ ਜੀਵ ਨੂੰ ਤੂੰ ਇਹ ਨਿਸ਼ਚਾ ਇਹ ਭਰੋਸਾ ਕਰਾ ਦਿੰਦਾ ਕਿ ਤੂੰ ਸਿਰਜਣਹਾਰ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਸਭ ਦੇ ਉੱਤੇ ਰਾਖਾ ਹੈ। ਕਿਆ ਮੁਹਤਾਜੀ ਕਿਆ ਸੰਸਾਰ, ਤਾਂ ਉਸ ਨੂੰ ਜਗਤ ਦੀ ਕੋਈ ਮੁਹਤਾਜੀ ਨਹੀਂ ਰਹਿੰਦੀ। ਜਗਤ ਉਸ ਦਾ ਕੁਝ ਵਿਗਾੜ ਨਹੀਂ ਸਕਦਾ। ਭਾਵ ਉਹਦੇ ਉੱਤੇ ਜਗਤ ਸੰਸਾਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਹੈ। ਆਪ ਉਪਾਏ ਆਪੇ ਦੇ, ਆਪੇ ਦੁਰਮਤ ਮਨਹਿ ਕਰੇ। ਗੁਰ ਪ੍ਰਸਾਦ ਵਸੈ ਮਨ ਆਏ, ਦੁਖ ਅਨਹਿਰਾ ਵਿੱਚੋਂ ਜਾਏ। ਆਪ ਉਪਾਏ ਆਪੇ ਦੇ, ਪਰਮਾਤਮਾ ਆਪ ਹੀ ਜੀਵਾਂ ਨੂੰ ਉਪਾਉਂਦਾ ਹੈ, ਪੈਦਾ ਕਰਦਾ ਹੈ ਤੇ ਆਪ ਹੀ ਸਭਨਾਂ ਨੂੰ ਰਿਜ਼ਕ ਦਾਤਾਂ ਵੀ ਦਿੰਦਾ ਹੈ। ਆਪੇ ਦੁਰਮਤ ਮਨਹਿ ਕਰੇ, ਆਖਣ ਲੱਗੇ ਆਪ ਹੀ ਪ੍ਰਭੂ ਜੀਵਾਂ ਨੂੰ ਭੈੜੀ ਮੱਤ ਵੱਲੋਂ ਵਰਜਦਾ ਹੈ। ਮਨਹਿ ਕਰੇ ਮਨਹ ਕਰਦਾ ਹੈ, ਰੋਕਦਾ ਹੈ। ਗੁਰ ਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਨਾਲ ਪ੍ਰਭੂ ਜਿਸ ਦੇ ਮਨ ਵਿੱਚ ਆ ਵਸਦਾ ਹੈ, ਦੁੱਖ ਹਨੇਰਾ ਵਿੱਚੋਂ ਜਾਏ, ਉਸ ਦੇ ਅੰਦਰੋਂ ਦੁੱਖ ਦੂਰ ਹੋ ਜਾਂਦਾ ਹੈ ਅਤੇ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਸਾਚ ਪਿਆਰਾ ਆਪ ਕਰੇ, ਅਵਰੀ ਕਉ ਸਾਚ ਨ ਦੇ। ਜੇ ਕਿਸੈ ਦੇ ਵਖਾਣੈ, ਨਾਨਕ ਆਗੈ ਪੂਛ ਨ ਲੇ। ਆਖਣ ਲੱਗੇ ਸਾਚ ਪਿਆਰਾ ਆਪ ਕਰੇ, ਕਿ ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿੱਚ ਆਪਣਾ ਸਿਮਰਨ ਪਿਆਰਾ ਕਰਦਾ ਹੈ ਤੇ ਸਿਮਰਨ ਦਾ, ਯਾਦ ਦਾ, ਨਾਮ ਦਾ ਕੀ ਹੈ, ਪਿਆਰ ਪੈਦਾ ਕਰਦਾ ਹੈ। ਅਵਰੀ ਕਉ ਸਾਚ ਨ ਦੇ, ਆਖਣ ਲੱਗੇ ਹੋਰਨਾਂ ਨੂੰ ਜਿਹੜੇ ਉਹਦੇ ਭਾਣੇ ਤੋਂ ਨੀਵੇਂ ਨੇ, ਕਿ ਜਿਨ੍ਹਾਂ ਦੇ ਅੰਦਰ ਪਿਆਰ ਦੀ ਅਜੇ ਘਾਟ ਹੈ, ਜਿਹੜੇ ਅਜੇ ਪ੍ਰੇਮ ਵਿੱਚ ਰਸ ਵਿੱਚ ਭਿੱਜੇ ਨਹੀਂ, ਉਹਨਾਂ ਨੂੰ ਉਹ ਆਪ ਹੀ ਸਿਮਰਨ ਦੀ, ਆਪਣੇ ਨਾਮ ਦੀ ਦਾਤ ਨਹੀਂ ਦਿੰਦਾ। ਉਹਨਾਂ ਦੇ ਮਨ ਵਿੱਚ ਪ੍ਰਗਟ ਉਹ ਨਹੀਂ ਹੁੰਦਾ ਹੈ। ਜੇ ਕਿਸੈ ਦੇ ਵਖਾਣੈ, ਨਾਨਕ ਆਗੈ ਪੂਛ ਨਾ ਹੈ, ਪੂਛ ਨਾ ਲੇ। ਨਾਨਕ ਆਖਦਾ ਜਿਸ ਕਿਸੇ ਨੂੰ ਨਾਮ ਦੀ ਸਿਮਰਨ ਦੀ ਦਾਤ ਪ੍ਰਭੂ ਦਿੰਦਾ ਹੈ, ਉਸ ਕੋਲੋਂ ਅੱਗੇ ਕਰਮਾਂ ਦਾ ਲੇਖਾ ਨਹੀਂ ਮੰਗਦਾ। ਭਾਵ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੰਗੇ ਤੇ ਮੰਦੇ ਕਰਮਾਂ ਵਾਲਾ ਲੇਖਾ ਮੁੱਕ ਜਾਂਦਾ ਹੈ। ਭਾਵ ਉਹ ਜੀਵ ਅਜਿਹੇ ਕੋਈ ਕਰਮ ਨਹੀਂ ਕਰਦਾ ਜਿਸ ਕਰਕੇ ਉਹਨੂੰ ਜਿਹੜਾ ਹੈ ਆਉਣ ਵਾਲੇ ਸਮੇਂ ਵਿੱਚ ਦੁਖੀ ਹੋਣਾ ਪਵੇ। ਆਸਾ ਮਹਿਲਾ ਪਹਿਲਾ, ਤਾਲ ਮੰਦੀਰੇ ਘਟ ਕੇ ਘਾਟ। ਦੋਲਕ ਦੁਨੀਆ ਵਾਜਹਿ ਵਾਜ। ਨਾਰਦ ਨਾਚੈ ਕਲ ਕਾ ਭਾਉ। ਜਤੀ ਸਤੀ ਕਹਾਂ ਰਾਖੈ ਪਾਉ। ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਸ ਸ਼ਬਦ ਦੇ ਅੰਦਰ ਰਹਿਮਤ ਕਰ ਰਹੇ ਨੇ
ਤਾਲ ਮੰਦੀਰੇ ਘਟ ਕੇ ਘਾਟ। ਤਾਲ ਭਾਵ ਤਾਲਾਂ ਆਦਿ, ਛੈਣੇ ਆਦਿ ਜਿਹੜੇ ਹੁੰਦੇ ਹੈ, ਮੰਦੀਰੇ ਘੁੰਗਰੂ ਝਾਂਜਰਾਂ ਆਦਿਕ, ਘਟ ਭਾਵ ਹਿਰਦਾ, ਘਾਟ ਰਸਤਾ, ਘਟ ਦਾ ਘਾਟ ਹਿਰਦੇ ਦਾ ਰਸਤਾ। ਆਖਣ ਲੱਗੇ ਕਿ ਮਨੁੱਖ ਦੇ ਮਨ ਦੇ ਸੰਕਲਪ ਵਿਕਲਪ ਨੇ ਜਿਹੜੇ ਉਹ ਮਨ ਨੂੰ ਛੈਣੇ ਤੇ ਪੈਰਾਂ ਦੇ ਕਿਹੜੇ ਨੇ, ਉਹ ਘੁੰਗਰੂ ਝਾਂਜਰਾਂ ਆਦਿ ਨੇ ਜਿਹੜੇ ਵੱਜਦੇ ਰਹਿੰਦੇ। ਦੋਲਕ ਦੁਨੀਆ ਵੱਜ ਹੈ, ਵਾਜ ਦੁਨੀਆ ਦਾ ਮੋਹ ਢੋਲਕੀ ਹੈ। ਦੋਲਕ ਤੋਂ ਭਾਵ ਢੋਲਕੀ, ਕਿ ਦੁਨੀਆ ਦਾ ਜਿਹੜਾ ਮੋਹ ਹੈ ਨਾ ਉਹ ਢੋਲਕੀ ਹੈ। ਇਹ ਸਾਰੇ ਵਾਜੇ ਵੱਜ ਰਹੇ ਨੇ, ਇਹ ਸਾਰੇ ਵਾਜੇ ਜਿਹੜੇ ਉਹ ਵੱਜ ਰਹੇ ਨੇ। ਨਾਰਦ ਨਾਚੈ ਕਲ ਕਾ ਭਾਉ। ਆਖਣ ਲੱਗੇ ਕਲ ਤੋਂ ਭਾਵ ਕਲਯੁਗ ਦਾ ਸਮਾਂ ਆਖ ਰਹੇ ਹੈ ਕਿ ਇਸ ਸਮੇਂ ਦੇ ਅੰਦਰ ਭਾਉ ਤੋਂ ਭਾਵ ਪ੍ਰਭਾਉ। ਤੇ ਜੇ ਪ੍ਰਭੂ ਦਾ ਨਾਮ ਤੋਂ ਸੁਣਿਆ ਮਨ ਹੈ ਜਿਹੜਾ ਮਾਇਆ ਦੇ ਹੱਥਾਂ ਤੇ ਨੱਚ ਰਿਹਾ, ਨਾਰਦ ਭਾਵ ਮਨ, ਕਿ ਇਸ ਨੂੰ ਕਹੀਦਾ ਹੈ ਕਿ ਇਹ ਕਲਯੁਗ ਦਾ ਪ੍ਰਭਾਵ ਹੈ, ਕਿ ਇਸ ਤੇ ਮਾੜੇ ਸਮੇਂ ਦਾ ਪ੍ਰਭਾਵ ਹੈ। ਇਹਨੂੰ ਕਹੀਦਾ ਹੈ ਕਿਉਂਕਿ ਜਦੋਂ ਇਹ ਮਾਇਆ ਦੇ ਹੱਥਾਂ ਤੇ ਚੜ੍ਹ ਕੇ ਇਹ ਮਨ ਰੂਪ ਨਾਰਦ ਜਿਹੜਾ ਨੱਚਦਾ ਹੈ, ਇਹ ਦੁਨੀਆ ਦੀਆਂ ਝਾਂਜਰਾਂ ਵਾਜਿਆਂ ਤੇ ਢੋਲਕ ਆਦਿ ਵਿਕਾਰ ਰੂਪ ਜਿਹੜੇ ਇਹਨਾਂ ਵਾਜਿਆਂ ਤੇ ਵੱਜਦਾ ਹੈ, ਤਾਂ ਇਸ ਨੂੰ ਆਖੀਦਾ ਹੈ ਕਿ ਇਹ ਮਾੜੇ ਸਮੇਂ ਦਾ ਇਹਦੇ ਤੇ ਪ੍ਰਭਾਵ ਹੈ, ਵਿਕਾਰਾਂ ਦਾ, ਮਾਇਆ ਦਾ ਪ੍ਰਭਾਵ ਹੈ। ਜਤੀ ਸਤੀ ਕਹ ਰਾਖੈ ਪਾਉ। ਆਖਣ ਲੱਗੇ ਜਤ ਸਤ ਨੂੰ ਸੰਸਾਰ ਵਿੱਚ ਕਿਤੇ ਥਾਂ ਨਹੀਂ ਰਿਹਾ ਹੈ। ਨਾਨਕ ਨਾਮ ਵਿਟਹੁ ਕੁਰਬਾਨ, ਅੰਧੇ ਦੁਨੀਆ ਸਾਹਿਬ ਜਾਣ ਰਹਾਉ। ਹੇ ਨਾਨਕ, ਪਰਮਾਤਮਾ ਦੇ ਨਾਮ ਤੋਂ ਸਦਕੇ ਹੋ, ਕੁਰਬਾਨ ਹੋ। ਅੰਧੀ ਦੁਨੀਆ ਸਾਹਿਬ ਜਾਨ, ਕਿ ਦੁਨੀਆ ਅੰਨੀ ਹੈ, ਭਾਵ ਕਿ ਨਾਮ ਤੋਂ ਬਿਨਾ ਦੁਨੀਆ ਮਾਇਆ ਵਿੱਚ ਅੰਨੀ ਹੋ ਰਹੀ ਹੈ, ਵਿਕਾਰਾਂ ਵਿੱਚ ਅੰਨੀ ਹੋ ਰਹੀ ਹੈ। ਇਹ ਕਿਸੇ ਆਪਣੇ ਪਰਾਏ ਨੂੰ ਵੀ ਮਾਇਆ ਦੇ ਵਿੱਚ ਅੰਨੀ ਹੋਣ ਕਰਕੇ ਬਖਸ਼ਦੀ ਨਹੀਂ। ਪੁੱਤ ਆਪਣੇ ਪਿਓ ਨੂੰ ਇੰਨਾ ਮਾਇਆ ਵਿੱਚ ਅੰਨਾ ਹੋ ਗਿਆ ਕਿ ਬਖਸ਼ਦਾ ਹੀ ਨਹੀਂ। ਆ ਪਿਛਲੇ ਸਮੇਂ ਦੀ ਘਟਨਾ ਹੀ ਆਪਾਂ ਵੇਖੀ ਹੈ ਨਾ, ਸਿਰਫ ਇੱਕ ਪੈਸੇ ਦੇ ਕਰਕੇ ਇੱਕ ਪੁੱਤ ਨੇ ਆਪਣੇ ਪਿਓ ਨੂੰ ਮਾਰ ਦਿੱਤਾ, ਕਿਉਂਕਿ ਉਹ ਪੈਸੇ ਜਿਹੜਾ ਹੈ ਥੋੜ੍ਹਾ ਉਹਦੇ ਤੋਂ ਅਗਾਂਹ ਪਿਛਾਂਹ ਹੋ ਗਿਆ। ਇਸੇ ਕਰਕੇ ਤੇ ਬਾਅਦ ਵਿੱਚ ਉਹਨੂੰ ਐਕਸੀਡੈਂਟ ਦਿਖਾਤਾ ਕਿ ਐਕਸੀਡੈਂਟ ਹੋਇਆ ਤੇ ਮੇਰਾ ਪਿਓ ਐਕਸੀਡੈਂਟ 'ਚ ਮਰ ਗਿਆ। ਕੀ ਹੈ ਕਿ ਅੰਨੀ ਹੋ ਗਈ ਦੁਨੀਆ ਇਸ ਪੈਸੇ ਦੇ ਵਿੱਚ। ਇੱਕ ਪੁੱਤ ਕਹਿਣ ਦਾ ਭਾਵ ਕਿ ਇੱਕ ਮਾਂ ਆਪਣੇ ਬੱਚਿਆਂ ਨੂੰ ਛੱਡ ਕੇ ਜਿਹੜਾ ਹੈ ਉਹ ਹੋਰ ਪਾਸੇ ਚਲੀ ਜਾਂਦੀ ਹੈ, ਭਾਵ ਕਿ ਉਹਨਾਂ ਨੂੰ ਤਿਆਗ ਦਿੰਦੀ ਹੈ। ਹਰ ਤਰੀਕੇ ਦੇ ਲੋਕ, ਭਾਵ ਹਰ ਕੋਈ ਮਨੁੱਖ ਰਿਸ਼ਤਿਆਂ ਦੀ ਕਦਰ ਕਿਤੇ ਰਹੀ ਨਹੀਂ, ਭਾਵੇਂ ਕਿ ਕਿਸੇ ਦੇ ਨਾਲ ਨਹੀਂ ਹੈ, ਕੋਈ ਵੀ ਕਿਸੇ ਦੇ ਨਾਲ ਨਹੀਂ ਜਾਣਾ, ਪਰ ਦੁਨੀਆ ਨੂੰ ਚਲਾਉਣ ਵਾਸਤੇ ਕੁਝ ਰਿਸ਼ਤੇ ਨੇ, ਕੁਝ ਜਿਹੜੇ ਭਰੋਸੇਯੋਗ ਜਿਹੜੇ ਨੇ ਸੰਬੰਧ ਹੁੰਦੇ ਨੇ, ਉਹ ਵੀ ਬਿਲਕੁਲ ਦੁਨੀਆ ਇੰਨੀ ਕੁ ਅੰਨੀ ਹੋ ਗਈ ਪੈਸੇ ਵਿੱਚ ਕਿ ਉਹਨਾਂ ਨੂੰ ਵੀ ਤਿਆਗ ਦਿੱਤਾ ਹੈ। ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਹੋ ਗਿਆ। ਇਸੇ ਕਰਕੇ ਆਖਦੇ ਹੈ ਕਿ ਨਾਮ ਤੋਂ ਬਿਨਾ, ਰੱਬ ਦੇ ਨਾਮ ਤੋਂ ਬਿਨਾ, ਉਹਦੀ ਰਜ਼ਾ ਤੋਂ ਬਿਨਾ ਦੁਨੀਆ ਮਾਇਆ ਵਿੱਚ ਅੰਨੀ ਹੋ ਰਹੀ ਹੈ। ਅਤੇ ਇੱਕ ਮਾਲਕ ਪ੍ਰਭੂ ਆਪ ਹੀ ਸੁਜਾਖਾ ਹੈ, ਉਸ ਦੀ ਸ਼ਰਨ ਪਿਆਂ ਹੀ ਜ਼ਿੰਦਗੀ ਦਾ ਸਹੀ ਰਸਤਾ ਦਿਸ ਸਕਦਾ। ਭਾਵ ਜੇ ਕੋਈ ਸੱਚੇ ਗੁਰੂ ਕੋਲ ਆ ਜਾਏ, ਉਹਦੇ ਕੋਲੋਂ ਮਾਲਕ ਬਾਰੇ ਜਾਣ ਲਏ, ਤਾਂ ਉਹ ਬਚ ਸਕਦਾ ਹੈ, ਜ਼ਿੰਦਗੀ ਦੇ ਵਿੱਚ ਸੁਖੀ ਰਹਿ ਸਕਦਾ ਹੈ। ਨਹੀਂ ਤੇ ਅੱਜ ਇਹ ਹਾਲਾਤ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵਿਗੜਨੇ ਨੇ, ਘਟਨੇ ਨਹੀਂ ਹੋਰ ਵਿਗੜਨਗੇ, ਕਿਉਂਕਿ ਦੁਨੀਆ ਅੰਨੀ ਹੋਈ ਜਾ ਰਹੀ ਹੈ ਇਸ ਪੈਸੇ ਦੀ, ਇਸ ਮਾਇਆ ਦੀ ਦੌੜ ਦੇ ਅੰਦਰ। ਗੁਰੂ ਪਾਸੋਂ ਫਿਰ ਚੇਲਾ ਖਾਏ, ਤਾਮ ਪ੍ਰੀਤ ਵਸੈ ਘਰ ਆਏ। ਜੇ 100 ਵਰਿਆਂ ਜੀਵਨ ਖਾਣ, ਖਸਮ ਪਛਾਣੈ ਸੋ ਦਿਨ ਪਰਵਾਣ।
ਕਹਿਣ ਲੱਗੇ ਹੁਣ ਇੰਨੀ ਕੁ ਦੁਨੀਆ ਅੰਨੀ ਹੋ ਗਈ ਹੈ, ਗੁਰੂ ਪਾਸੋਂ ਫਿਰ ਚੇਲਾ ਖਾਏ। ਕਹਿੰਦੇ ਚੇਲੇ ਨੇ ਗੁਰੂ ਦੀ ਸੇਵਾ ਕਰਨੀ ਹੁੰਦੀ ਹੈ, ਹੁਣ ਕਹਿੰਦੇ ਉਲਟਾ ਹੋ ਗਿਆ, ਸਗੋਂ ਚੇਲਾ ਹੀ ਗੁਰੂ ਤੋਂ ਉਦਰ ਪੂਰਨਾ ਕਰਦਾ ਹੈ ਕਿ ਚੇਲਾ ਗੁਰੂ ਦੀ ਖੱਟੀ ਖਾਂਦਾ, ਭਾਵ ਗੁਰੂ ਦੀ ਕਮਾਈ ਕੀਤੀ ਹੋਈ ਖਾ ਰਿਹਾ ਹੈ। ਤਾਮ ਪ੍ਰੀਤ ਵਸੈ ਘਰ ਆਏ, ਆਖਣ ਲੱਗੇ ਤਾਮ ਤੋਂ ਭਾਵ ਤੁਆਮ ਰੋਟੀ, ਘਰ ਘਰ ਵਿੱਚ ਗੁਰੂ ਦੇ ਘਰ, ਆਖਣ ਲੱਗੇ ਰੋਟੀ ਦੀ ਖਾਤਰ ਹੀ ਆ ਕੇ ਗੁਰੂ ਦਾ ਚੇਲਾ ਬਣਦਾ ਹੈ। ਇਸੇ ਕਰਕੇ ਕਿ ਉਹਨੂੰ ਇੱਥੇ ਜਿਹੜੀ ਹੈ ਖਾਣ ਨੂੰ ਮਿਲੇਗਾ, ਇੱਥੇ ਜਿਹੜਾ ਉਦੋਂ ਰਹਿਣ ਸਹਿਣ ਨੂੰ ਉਹਦਾ ਉਦਰ ਪੂਰਤੀ ਹੋਵੇਗੀ। ਜੇ 100 ਵਰਿਆਂ ਜੀਵਨ ਖਾਣ, ਆਖਣ ਲੱਗੇ ਇਸ ਹਾਲਤ ਵਿੱਚ ਜੇ 100 ਸਾਲ ਮਨੁੱਖ ਜਿਉਂ ਲਏ ਤੇ ਸੌਖਾ ਖਾਣ ਪੀਣ ਬਣਿਆ ਰਹੇ, ਤਾਂ ਵੀ ਆਖਣ ਲੱਗੇ ਇਹ ਜੀਵਨ ਖਾਣ ਉਹਦੀ ਉਮਰ ਵਿਅਰਥ ਹੀ ਸਮਝੋ। ਖਸਮ ਪਛਾਣੈ ਸੋ ਦਿਨ ਪ੍ਰਵਾਨ, ਆਖਣ ਲੱਗੇ ਜ਼ਿੰਦਗੀ ਦਾ ਸਿਰਫ ਉਹੀ ਦਿਨ ਭਾਗਾਂ ਵਾਲਾ ਹੈ ਜਦੋਂ ਮਨੁੱਖ ਆਪਣੇ ਮਾਲਕ ਪ੍ਰਭੂ ਨੂੰ ਪਛਾਣ ਲੈਂਦਾ ਹੈ, ਜਦੋਂ ਉਹਦੇ ਨਾਲ ਸਾਂਝ ਪਾ ਲੈਂਦਾ ਹੈ। ਦਰਸ਼ਨ ਦੇਖਿਆ ਦਇਆ ਨਾ ਹੋਏ, ਲਏ ਦਿੱਤੇ ਬਿਨ ਰਹਿ ਨ ਕੋਏ। ਰਾਜਾ ਨਿਉ ਕਰੇ ਹੱਥ ਹੋਏ, ਕਹਿ ਖੁਦਾਏ ਨ ਮਾਨੈ ਕੋਏ। ਹੁਣ ਇੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਮਾਜ ਦੀ ਜਿਹੜੀ ਹੈ, ਅੱਜ ਤੇ ਹੈ ਹੀ ਹੈ, ਉਸ ਸਮੇਂ ਵੀ ਅਜਿਹੇ ਬਥੇਰੇ ਸਨ। ਆਖਣ ਲੱਗੇ ਦਰਸ਼ਨ ਦੇਖਿਆ ਦਇਆ ਨਾ ਹੋਏ, ਕਿ ਮਨੁੱਖ ਇੱਕ ਦੂਜੇ ਨੂੰ ਵੇਖ ਕੇ ਆਪਣਾ ਭਰਾ ਜਾਣ ਕੇ ਆਪੋ ਵਿੱਚ ਪਿਆਰ ਦਾ ਜਜ਼ਬਾ ਨਹੀਂ ਵਰਤ ਰਹੇ, ਕਿ ਵੇਖ ਵੇਖ ਕੇ ਕਿ ਮੇਰਾ ਭਰਾ ਹੈ, ਮੇਰਾ ਸੰਬੰਧੀ ਹੈ, ਮੇਰਾ ਮਿੱਤਰ ਹੈ, ਮੇਰਾ ਜਿਹੜਾ ਹੈ ਨੇੜਲਾ ਹੈ। ਕਹਿਣ ਲੱਗੇ ਇਹਦੇ ਨਾਲ ਵੀ ਕੀ ਹੈ, ਉਹਨਾਂ ਦੇ ਵਿੱਚ ਕਿਉਂਕਿ ਸੰਬੰਧ ਮਾਇਆ ਦਾ ਬਣ ਰਿਹਾ ਹੈ, ਹੋਰ ਜਜ਼ਬਾ ਪਿਆਰ ਆਦਿ ਦਾ ਨਹੀਂ ਬਣ ਰਿਹਾ। ਦਇਆ ਦਰਸ਼ਨ ਦੇਖਣ ਦੇ ਨਾਲ ਦਇਆ ਨਹੀਂ ਬਣ ਰਹੀ, ਭਾਵ ਕਿ ਭਰੋਸਾ ਨਹੀਂ ਬਣ ਰਿਹਾ, ਸਿਰਫ ਮਾਇਆ ਦਾ ਸੰਬੰਧ ਹੀ ਬਣ ਰਿਹਾ ਹੈ। ਲਏ ਦਿੱਤੇ ਬਿਨ ਰਹਿ ਨਾ ਕੋਏ, ਆਖਣ ਲੱਗੇ ਕਿ ਰਿਸ਼ਵਤ ਲੈਣ ਦੇਣ ਤੋਂ ਬਿਨਾਂ ਕੋਈ ਨਹੀਂ ਰਹਿੰਦਾ। ਕਿ ਜਿਹੜੇ ਵਿਕਾਰੀ ਹੋਏ ਨੇ, ਮਾਇਆ ਵਿੱਚ ਅੰਨੇ ਹੋਏ ਪਏ ਨੇ, ਉਹ ਜਿੰਨਾ ਚਿਰ ਨਾ ਦਿੱਤਾ ਲਿਆ ਜਾਏ ਕੁਝ, ਉਹਨਾਂ ਚਿਰ ਕੁਝ ਨਹੀਂ ਰਹਿੰਦਾ। ਕਿਸੇ ਦਾ ਕੋਈ ਸਖਾ ਨਹੀਂ ਬਣਦਾ, ਕਿਸੇ ਦਾ ਕੋਈ ਸੰਬੰਧੀ ਨਹੀਂ ਬਣਦਾ। ਰਾਜਾ ਨਿਉ ਕਰੇ ਹੱਥ ਹੋਏ, ਕਹਿੰਦੇ ਇੱਥੋਂ ਤੱਕ ਕਿ ਰਾਜਾ ਵੀ, ਹਾਕਮ ਵੀ ਉਦੋਂ ਹੀ ਇਨਸਾਫ ਕਰਦਾ ਹੈ ਜੇ ਉਸ ਨੂੰ ਦੇਣ ਲਈ ਹੱਥ ਪੱਲੇ ਮਾਇਆ ਹੋਵੇ। ਜੀ ਕਿ ਜੇ ਕੁਝ ਹੋਏ ਨਾ, ਜਿਹੜਾ ਹੁਣ ਹਾਕਮ ਹੈ, ਜਿਹੜਾ ਹੁਣ ਰਾਜਾ ਹੈ, ਜਾਂ ਅੱਜ ਦੇ ਸਮੇਂ ਦੇ ਵਿੱਚ ਸਾਰੇ ਐਸੇ ਨਹੀਂ, ਐਸੇ ਵੀ ਬਹੁਤ ਨੇ ਜਿਹੜੇ ਬਹੁਤ ਚੰਗਾ ਤੇ ਇਮਾਨਦਾਰੀ ਨਾਲ ਕਰਮ ਕਰਦੇ ਆ, ਆਪਣੀ ਨੌਕਰੀ ਕਰਦੇ, ਆਪਣੀ ਡਿਊਟੀ ਦਿੰਦੇ ਹੈ। ਪਰ ਐਸੇ ਵੀ ਬਹੁਤ ਹੈ ਜਿਹੜੇ ਕਹਿੰਦੇ ਆ ਕਿ ਜੇ ਕੁਝ ਹੱਥ ਦੇ ਵਿੱਚ ਹੈਗਾ ਤੇ ਕਰਾ ਲਓ, ਨਹੀਂ ਤੇ ਕੁਝ ਨਹੀਂ ਹੁੰਦਾ। ਇਹ ਗੱਲ ਗੁਰੂ ਨਾਨਕ ਸਾਹਿਬ ਜੀ ਵੇਖੋ ਕਿੰਨਾ ਸਮਾਂ ਪਹਿਲਾਂ ਕਹਿ ਰਹੇ ਹੈ, ਉਦੋਂ ਵੀ ਇਹ ਚੀਜ਼ਾਂ ਚੱਲਦੀਆਂ ਸਨ। ਕਹਿੰਦੇ ਰਾਜਾ ਭਾਵ ਕਿ ਜਿਹੜਾ ਮਾਲਕ ਹੈ ਸਮੇਂ ਦਾ, ਉਹ ਵੀ ਆਖ ਰਿਹਾ ਹੈ ਕਿ ਉਹ ਵੀ ਇਨਸਾਫ ਉਦੋਂ ਹੀ ਕਰਦਾ ਹੈ ਜੇ ਕਿਸੇ ਦੇ ਹੱਥ ਵਿੱਚ ਕੁਝ ਹੈ, ਭਾਵ ਕੁਝ ਦੇਣ ਨੂੰ ਹੈ, ਤਾਂ ਫਿਰ ਹੀ ਇਨਸਾਫ ਹੁੰਦਾ ਹੈ, ਨਹੀਂ ਤਾਂ ਉੱਥੋਂ ਇਨਸਾਫ ਦੀ ਜਿਹੜੀ ਹੈ ਉਹ ਆਸ ਨਹੀਂ ਰੱਖੀ ਜਾ ਸਕਦੀ। ਅੱਜ ਵੀ ਤੇ ਸਮਾਜ ਦੇ ਵਿੱਚ ਐਸਾ ਹੀ ਹੈ ਨਾ, ਸਾਰੇ ਸਮਾਜ ਨੂੰ ਪਤਾ ਹੈ ਕਿ ਸੰਸਾਰ ਦੇ ਵਿੱਚ ਕਿਹੜੇ ਕਿਹੜੇ ਮਨੁੱਖ ਮਾੜੇ ਨੇ, ਗਲਤ ਕੰਮ ਕੀਤੇ ਨੇ, ਉਹ ਜਾਂ ਉਹ ਚੰਗਾ ਨਹੀਂ ਸੋਚਦੇ, ਫਿਰ ਵੀ ਉਹ ਆਪਣੇ ਪੈਸੇ ਦੇ ਜ਼ੋਰ 'ਤੇ, ਆਪਣੀ ਤਾਕਤ ਦੇ ਜ਼ੋਰ 'ਤੇ ਜਿਹੜੇ ਆਮ ਉਹ ਇੰਜ ਕਹਿ ਲਈਏ ਕਿ ਕੋਈ ਪੈਰੋਲਾਂ 'ਤੇ ਤੁਰਿਆ ਫਿਰਦਾ ਹੈ, ਕੋਈ ਵੈਸੇ ਹੀ ਕਿਸੇ ਨੂੰ ਕੋਈ ਪੁਲਿਸ ਹੱਥ ਨਹੀਂ, ਕਾਨੂੰਨ ਹੱਥ ਨਹੀਂ ਪਾਉਂਦਾ, ਜੇ ਪਾਉਂਦਾ ਹੈ ਤੇ ਚੋਰ ਮੋਰੀਆਂ ਬੜੀਆਂ ਕਿ ਦੌੜੇ ਫਿਰਦੇ ਬਾਹਰ, ਕਿਉਂਕਿ ਹੱਥ ਵਿੱਚ ਕੀ ਹੈ, ਤਾਕਤ ਹੈ, ਪੈਸਾ ਹੈ। ਤੇ ਇਹੀ ਜੇ ਕੋਈ ਚੀਜ਼, ਇਹੀ ਜੇ ਕੋਈ ਗਲਤੀ ਆਮ ਜਿਹਾ ਮਨੁੱਖ ਕਰਦੇ ਜਿਹਦੇ ਕੋਲ ਨਾ ਚਾਰ ਪੈਸੇ ਹੋਣ,
ਉਹਦੇ ਤੇ ਪਤਾ ਨਹੀਂ ਕਿੰਨੇ ਕੁ ਪਰਚੇ ਹੋ ਜਾਂਦੇ ਆ ਤੇ ਕਿੰਨੀ ਕੁ ਉਹਨੂੰ ਜਿਹੜੀ ਹੈ ਕਈ ਵਾਰ ਜ਼ਮਾਨਤਾਂ ਉਹਨੇ ਮਿਲਦੀਆਂ, ਕਈ ਸਮਾਂ ਬੀਤ ਜਾਂਦਾ। ਕੀ ਹੈ, ਜਿੱਥੇ ਸਿਸਟਮ ਖਰਾਬ ਹੈ ਉੱਥੇ ਇਹ ਚੀਜ਼ਾਂ ਆਮ ਵਰਤਦੀਆਂ ਨੇ। ਜਿੱਥੇ ਲੋਕ ਅੰਨੇ ਹੋਏ ਬੈਠੇ ਨੇ ਆਪਣੀ ਤਾਕਤ ਦੇ ਮਾਇਆ ਦੇ ਨਸ਼ੇ ਵਿੱਚ, ਉੱਥੋਂ ਸੱਚੇ ਤੇ ਸਹੀ ਇਨਸਾਫ ਦੀ ਜਿਹੜੀ ਕੀ ਹੈ ਆਸ ਨਹੀਂ ਲਾਈ ਜਾ ਸਕਦੀ। ਐਸਾ ਨਹੀਂ ਚੰਗੇ ਨਹੀਂ, ਬਹੁਤ ਚੰਗੇ ਵੀ ਸੰਸਾਰ ਦੇ ਵਿੱਚ ਲੋਕ ਨੇ, ਪਰ ਬਹੁਤੇ ਮਾੜੇ ਵੀ ਜਿਹੜੇ ਉਹ ਸੰਸਾਰ ਦੇ ਅੰਦਰ ਹੀ ਰਹਿੰਦੇ ਨੇ। ਇਸੇ ਕਰਕੇ ਕਹਿੰਦੇ ਹੈ ਕਿ ਰਾਜੇ ਵੀ ਜਿਹੜੇ ਨੇ ਉਹ ਨੀਚ ਹੋ ਚੁੱਕੇ ਹੈ। ਕਹਿ ਖੁਦਾਏ ਨਾ ਮਾਨੈ ਕੋਏ, ਕਹਿੰਦੇ ਜੋ ਕੋਈ ਨਿਰਾ ਰੱਬ ਦਾ ਵਾਸਤਾ ਪਾਏ ਤਾਂ ਉਸ ਦੀ ਪੁਕਾਰ ਕੋਈ ਸੁਣਦਾ ਨਹੀਂ। ਆਖਦੇ ਕਿ ਤੁਹਾਨੂੰ ਖੁਦਾ ਦਾ ਵਾਸਤਾ ਹੈ, ਮੇਰਾ ਸੱਚ ਤੇ ਸੁਣ ਲਓ, ਮੇਰੀ ਪੁਕਾਰ ਤੇ ਸੁਣ ਲਓ, ਰੱਬ ਦਾ ਵਾਸਤਾ ਤਾਂ ਸੁਣ ਲਓ। ਉਹ ਕਹਿੰਦੇ ਰੱਬ ਰੁੱਬ ਵਾਲੀ ਗੱਲ ਕੋਈ ਨਹੀਂ, ਇੱਥੇ ਗਾਂਧੀ ਵਾਲੀ ਗੱਲ ਹੈ ਤੇ ਹੈ। ਭਾਵ ਕਿ ਜੇ ਹੱਥ ਦੇ ਵਿੱਚ ਪੈਸਾ ਹੈ ਤਾਂ ਦੇ ਦੇ, ਰੱਬ ਵਾਲੀ ਗੱਲ ਕੋਈ ਨਹੀਂ ਹੈ ਕਿ ਰੱਬ ਦਾ ਕੋਈ ਵਾਸਤਾ ਪਾਏ ਕਿ ਰੱਬ ਤੋਂ ਹੀ ਡਰੋ। ਉਹ ਕਹਿੰਦੇ ਰੱਬ ਰੁੱਬ ਕਿੱਥੇ, ਗਾਂਧੀ ਥੱਲੇ ਰੱਬ ਨੱਪਿਆ ਜਾਂਦਾ ਹੈ। ਕਹਿੰਦਾ ਭਾਵ ਮਾਇਆ ਥੱਲੇ ਰੱਬ ਆ ਜਾਂਦਾ ਹੈ ਕਿ ਜਦੋਂ ਕੋਈ ਤਾਕਤ ਵਾਲਾ ਜਦੋਂ ਮਾਇਆ ਵਿੱਚ ਅੰਨਾ ਹੋ ਜਾਂਦਾ ਹੈ ਤੇ ਉਹ ਐਸਾ ਹੀ ਵਰਤਾਓ ਕਰਦਾ ਹੈ। ਮਾਨਸ ਮੂਰਤ ਨਾਨਕ ਨਾਮ, ਕਰਨੀ ਕੁੱਤਾ ਦਰ ਫੁਰਮਾਨ, ਗੁਰ ਪ੍ਰਸਾਦ ਜਾਣੈ ਮਹਿਮਾਨ, ਤਾਂ ਕਿਛੁ ਦਰਗਾ ਭਾਵੈ ਮਾਨ। ਮਾਨਸ ਮੂਰਤ ਨਾਨਕ ਨਾਮ, ਨਾਨਕ ਆਖਦਾ ਵੇਖਣ ਨੂੰ ਹੀ ਮਨੁੱਖ ਦੀ ਸ਼ਕਲ ਹੈ, ਦੇਖਣ ਨੂੰ ਹੀ ਮਨੁੱਖ ਲੱਗਦਾ ਹੈ, ਬੰਦਾ ਲੱਗਦਾ ਹੈ, ਇਨਸਾਨ ਲੱਗਦਾ ਹੈ, ਪਰ ਹੈ ਕੀ ਹੈ, ਨਾਮ ਦਾ ਹੀ ਬੰਦਾ ਹੈ, ਨਾਮ ਦਾ ਹੀ, ਨਾਮ ਮਾਤਰ ਹੀ ਮਨੁੱਖ ਹੈ। ਜਿਵੇਂ ਉਹ ਪਾਵਨ ਸ਼ਬਦ ਆਉਂਦਾ ਹੈ ਨਾ, ਪਾਵਨ ਬਾਣੀ ਸੁਖਮਨੀ ਸਾਹਿਬ ਦੇ ਅੰਦਰ ਕੀ ਹੈ, ਕਰਤੂਤ ਪਸ਼ੂ ਕੀ, ਕਿ ਗੱਲ ਹੈ ਤੇ ਅੰਨਿਆਂ ਵਾਲਾ ਕੰਮ ਹੀ ਹੈ ਤੇ ਪਸ਼ੂਆਂ ਵਾਲਾ ਹੀ ਹੈ, ਪਰ ਨਾ ਇਹਦਾ ਮਨੁੱਖ ਹੈ, ਨਾ ਇਹਨੂੰ ਕਹਿੰਦੇ, ਇਹਨੂੰ ਮਨੁੱਖ ਮਾਨਸ ਕਹਿੰਦੇ। ਇਸੇ ਤਰ੍ਹਾਂ ਕਹਿੰਦੇ ਹੈ ਇਹ ਜਿਹੜੀ ਮੂਰਤੀ ਹੈ ਇਹਦਾ ਨਾਮ ਹੀ ਮਨੁੱਖ ਹੈ, ਕੰਮ ਕੁੰਮ ਇਹਦੇ ਨਹੀਂ ਹੈਗੇ ਮਨੁੱਖਾਂ ਵਾਲੇ। ਕਰਨੀ ਕੁੱਤਾ ਦਰ ਫਰਮਾਨ, ਕਰਨੀ ਪਰ ਆਚਰਣ ਵਿੱਚ, ਕਰਨੀ ਵਿੱਚ ਮਨੁੱਖ ਉਹ ਕੁੱਤਾ ਹੈ ਜੋ ਮਾਲਕ ਦੇ ਦਰ ਤੇ ਰੋਟੀ ਦੀ ਖਾਤਰ ਹੁਕਮ ਮੰਨ ਰਿਹਾ ਹੈ। ਗੁਰ ਪ੍ਰਸਾਦ ਜਾਣੈ ਮਹਿਮਾਨ, ਜੀ ਗੁਰੂ ਦੀ ਮਿਹਰ ਨਾਲ ਸੰਸਾਰ ਵਿੱਚ ਆਪਣੇ ਆਪ ਨੂੰ ਪ੍ਰਾਹੁਣਾ ਸਮਝੇ, ਆਪਣੇ ਆਪ ਨੂੰ ਕੁਝ ਦਿਨਾਂ ਦਾ ਹੀ ਸਮਝੇ, ਕੁਝ ਸਮੇਂ ਵਾਸਤੇ ਇੱਥੇ ਸਮਝੇ, ਤਾਂ ਇਹ ਮਾਇਆ ਨਾਲ ਇਤਨੀ ਪਕੜ ਨਾ ਰੱਖੇ ਕਿ ਮਾਇਆ ਦੇ ਵਿੱਚ ਅੰਨਾ ਨਾ ਹੋਏ, ਆਪਣੇ ਆਪ ਨੂੰ ਥੋੜ੍ਹ ਚਿਰਾ ਸਮਝੇ, ਤਾਂ ਕਿਛ ਦਰਗਾ ਪਾਵੈ ਮਾਨ। ਆਖਣ ਲੱਗੇ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਉਦੋਂ ਹੀ ਕੁਝ ਇੱਜ਼ਤ ਮਾਨ ਲੈ ਸਕਦਾ ਹੈ, ਉਦੋਂ ਹੀ ਜਿਹੜੀ ਹੈ ਉੱਥੇ ਉਹਨੂੰ ਪੱਤ ਮਿਲਦੀ ਹੈ। ਇੱਕ ਨਹੀਂ ਅਨੇਕਾਂ ਉਦਾਹਰਨਾਂ ਨੇ ਜਿਹੜੇ ਮਾਇਆ ਦੇ ਵਿੱਚ ਅੰਨੇ ਹੋ ਕੇ, ਤਾਕਤ ਦੇ ਵਿੱਚ ਅੰਨੇ ਹੋ ਕੇ ਉਹਨਾਂ ਨੇ ਐਸੇ ਕਰਮ ਕੀਤੇ, ਪਰ ਮਗਰੋਂ ਪਤਾ ਲੱਗਾ ਕਿ ਇਹ ਸਾਡੇ ਤੋਂ ਇੱਕ ਵੱਡੀ ਭੁੱਲ ਹੋਈ ਹੈ। ਇੱਥੋਂ ਤੱਕ ਕਿ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲੇ ਹੋਣੇ, ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਆ ਪਿਛਲੇਰੇ ਸਮੇਂ ਦੇ ਵਿੱਚ ਬੇਅਦਬੀਆਂ ਹੋਣੀਆਂ, ਈਵਨ ਕਿ ਸਭ ਕੁਝ ਕਿੱਥੇ ਹੈ ਅੱਜ? ਹੈ ਕੋਈ ਅਜਿਹਾ ਜਿਹੜਾ ਉਦੋਂ ਆਹ ਕੁਝ ਕਹਿਣ ਵਾਲਾ ਸੀ ਤੇ ਅੱਜ ਹੈ ਕੋਈ ਨਹੀਂ ਹੈ। ਐਸਾ ਕਹਿਣ ਦਾ ਭਾਵ ਜਿਹਨੂੰ ਕਹਦੇ ਹੁੰਦੇ ਸਭ ਦੇ ਭਾਂਡੇ ਵਿਕ ਗਏ, ਮਾਇਆ ਨੇ ਸਾਥ ਨਹੀਂ ਦਿੱਤਾ, ਉੱਥੇ ਦੇ ਉੱਥੇ ਹੀ ਖਲੋਤੇ ਹੈ। ਰਹਿਮਤ ਕਰਨ ਸਤਿਗੁਰੂ ਜੀ ਕਿ ਅਸੀਂ ਸੱਚ ਦਾ ਮਾਰਗ ਲਈਏ। ਜੇ ਸਾਡੇ ਕੋਲ ਤਾਕਤ ਹੈ, ਮਾਲਕ ਨੇ ਸਾਨੂੰ ਕੋਈ ਦਾਤ ਬਖਸ਼ੀ ਹੈ, ਤੇ ਅਸੀਂ ਉਹਦਾ ਯੋਗ ਜਿਹੜਾ ਇਸਤੇਮਾਲ ਸਮਾਜ ਦੇ ਭਲੇ ਦੇ ਲਈ ਇਸਤੇਮਾਲ ਕਰੀਏ, ਨਾ ਕਿ ਆਪਣੇ ਹਉਮੈ ਹੰਕਾਰ ਵਿੱਚ ਆ ਕੇ ਉਹਦੀ ਦੁਰਵਰਤੋਂ ਕਰੀਏ। ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।